ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਜਸਟਿਨ ਟਰੂਡੋ ਦਾ ਐਲਾਨ, ਜਾਣੋ ਯਾਤਰੀਆਂ ਦੇ ਵਾਸਤੇ ਕੀ ਜ਼ਰੂਰੀ। ਜਿੱਤ ਤੋਂ ਬਾਅਦ ਟਰੂਡੋ ਦਾ ਐਲਾਨ, ਨਵੀਂ ਸਰਕਾਰ ਬਾਰੇ ਦਿੱਤੀ ਜਾਣਕਾਰੀ। 17,000 ਹੈਲਥ ਕੇਅਰ ਵਰਕਰਾਂ ਦੀ ਨੌਕਰੀ ਖਤਰੇ ਦੇ ਵਿੱਚ। ਕਿਊਬੈਕ ਦੇ ਹੈਲਥ ਕੇਅਰ ਵਰਕਰਾਂ ਨੇ ਨਹੀਂ ਲਗਵਾਈ ਵੈਕਸੀਨ। ਕੈਥੋਲਿਕ ਬਿਸ਼ਪ ਦਾ ਐਲਾਨ, ਪੀੜਤਾਂ ਨੂੰ ਦੇਣਗੇ $30 ਮਿਲੀਅਨ। ਪੂਰੇ ਕੈਨੇਡਾ ਦੇ ਵਿੱਚ ਵਿਅਕਤੀ ਦੇ ਵਾਸਤੇ ਵਾਰੰਟ ਜਾਰੀ। ਇਸਨੇ ਜੋੜੇ ਦੀ ਕੀਤੀ ਹੱਤਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਪਹਿਲ ਦੇ ਆਧਾਰ ਦੇ ਉੱਪਰ ਕਿਹੜਾ ਕੰਮ ਕੀਤਾ ਜਾਵੇਗਾ। ਜਸਟਿਨ ਟਰੂਡੋ ਵੱਲੋਂ ਯਾਤਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਗਿਆ, ਜਾਂ ਤਾਂ ਵੈਕਸੀਨ ਲਗਵਾ ਲਓ ਜਾਂ ਫਿਰ ਰੋਕਾਂ ਦੇ ਵਾਸਤੇ ਤਿਆਰ ਹੋ ਜਾਵੋ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਦਾ ਪਹਿਲਾ ਫੋਕਸ ਹੋਵੇਗਾ ਕਿ ਫੈਡਰਲ ਵਰਕਰਸ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਜਾਵੇ। ਫੈਡਰਲ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਈ, ਉਸ ਦੇ ਵਿੱਚ ਉਹਨਾਂ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਪਹਿਲ ਦੇ ਆਧਾਰ ਦੇ ਉੱਪਰ ਕਿਹੜਾ ਕੰਮ ਕੀਤਾ ਜਾਵੇਗਾ। ਜਸਟਿਨ ਟਰੂਡੋ ਆਟਵਾ ਦੇ ਇੱਕ ਵੈਕਸੀਨੇਸ਼ਨ ਕਲੀਨਿਕ ਦਾ ਦੌਰਾ ਕਰਨ ਦੇ ਲਈ ਗਏ, ਜਿੱਥੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਦਾ ਫੋਕਸ ਫੈਡਰਲ ਮੁਲਾਜ਼ਮਾਂ ਤੇ ਯਾਤਰੀਆਂ ਦੇ ਵਾਸਤੇ ਕੋਵਿਡ-19 ਵੈਕਸੀਨ ਲਾਜ਼ਮੀ ਕਰਨਾ ਹੋਵੇਗਾ, ਜਿਸ ਦਾ ਮਤਲਬ ਹੈ ਕਿ ਯਾਤਰੀਆਂ ਦੇ ਲਈ ਟ੍ਰੇਨ, ਜਹਾਜ਼ ਅਤੇ ਸ਼ਿਪ ਦਾ ਸਫ਼ਰ ਕਰਨ ਦੇ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗੇ ਹੋਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਨੀਤੀ ਦੇ ਵੇਰਵਿਆਂ ਨੂੰ ਫਿਲਹਾਲ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ, ਕਿਉਂਕਿ ਅਜੇ ਫੈਡਰਲ ਸਰਕਾਰ ਹਜ਼ਾਰਾਂ ਮੁਲਾਜ਼ਮਾਂ ਦੀਆਂ ਨੁਮਾਇੰਦਗੀਆਂ ਕਰਨ ਵਾਲਿਆਂ ਦੇ ਲਈ ਪਬਲਿਕ ਸੈਕਟਰ ਯੂਨੀਅਨ ਦੇ ਨਾਲ ਗੱਲਬਾਤ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਨੇ, ਉਹਨਾਂ ਦੇ ਵਾਸਤੇ ਚੇਤਾਵਨੀ ਜਾਰੀ ਕੀਤੀ ਗਈ ਹੈ। ਜਸਟਿਨ ਟਰੂਡੋ ਦਾ ਕਹਿਣਾ ਹੈ, ਜਾਂ ਵੈਕਸੀਨ ਲਗਵਾ ਲਓ ਜਾਂ ਫਿਰ ਪਾਬੰਦੀਆਂ ਦੇ ਵਾਸਤੇ ਤਿਆਰ ਰਹੋ। ਦੱਸ ਦਈਏ ਕਿ ਯੂਐਸ ਅਤੇ ਹੋਰ ਕਈ ਦੇਸ਼ਾਂ ਵੱਲੋਂ ਯਾਤਰੀਆਂ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਯੂਐਸ ਨੇ ਫਿਲਹਾਲ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹਨਾਂ ਵੱਲੋਂ ਕਿਹੜੀਆਂ ਵੈਕਸੀਨ ਮਨਜ਼ੂਰ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਕੈਨੇਡਾ ਵੱਲੋਂ ਹਾਲ ਹੀ ਦੇ ਵਿੱਚ ਜੋ ਭਾਰਤ ਦੇ ਨਾਲ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਸੀ, ਉਸ ਦੀ ਵੀ ਮੁੜ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਕੱਲ ਤੋਂ ਕੈਨੇਡਾ ਅਤੇ ਭਾਰਤ ਦੇ ਵਿੱਚ ਇੱਕ ਵਾਰ ਫਿਰ ਤੋਂ ਨਾਨ-ਸਟਾਪ ਸਿੱਧੀਆਂ ਉਡਾਨਾਂ ਸ਼ੁਰੂ ਹੋ ਗਈਆਂ ਨੇ, ਜਿਸ ਦੇ ਵਾਸਤੇ ਸਰਕਾਰ ਵੱਲੋਂ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ। ਇਹਨਾਂ ਦੀ ਜਾਣਕਾਰੀ ਸਮੇਂ-ਸਮੇਂ ਦੇ ਉੱਪਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਸਤੰਬਰ 7 ਨੂੰ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ, ਉਸ ਦੇ ਮੁਤਾਬਕ ਫੁੱਲੀ ਵੈਕਸੀਨੇਟਡ ਯਾਤਰੀਆਂ ਦੇ ਵਾਸਤੇ ਬਾਰਡਰ ਖੋਲ੍ਹ ਦਿੱਤੇ ਗਏ ਨੇ, ਜਿਸ ਦਾ ਮਤਲਬ ਹੈ ਕਿ ਹੁਣ ਕੈਨੇਡਾ ਦੇ ਵਿੱਚ ਹਰ ਦੇਸ਼ ਤੋਂ ਵੱਖ-ਵੱਖ ਵੀਜ਼ਾ ਵਾਲੇ ਯਾਤਰੀ ਆ ਸਕਦੇ ਨੇ, ਪਰ ਸ਼ਰਤ ਹੈ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗੇ ਹੋਣ ਅਤੇ ਇਹ ਹੈਲਥ ਕੈਨੇਡਾ ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਵੈਕਸੀਨ ਦੇ ਸ਼ਾਟਸ ਹੋਣੇ ਚਾਹੀਦੇ ਨੇ। We're going to make sure in the coming weeks that anyone 12 or older who wants to get on a plane or a train be fully vaccinated. Third, we're going to work on continuing to establish, we're going to continue work on establishing international proof of vaccination so that Canadians who are fully vaccinated, who want to travel overseas, are fully recognized in their vaccination status when they travel. Fourth, we're going to foot the bill for provinces and territories who have moved forward on proof of vaccination certificates or vaccine passports, because we know that encouraging people to get vaccinated and protecting those who have gotten vaccinated is the key way through this pandemic and out of it. And fifth, we're going to keep good on our word to protect our frontline health workers who have stepped up for us these past many months, and ensure that anyone who harasses or intimidates them is faced with criminal sanctions. That's a commitment we made during this campaign, and it's something that Canadians want to see. On top of that, we have many other priorities that we're going to be working on, whether it's completing the childcare agreements with the provinces so that $10 a day childcare is a reality as soon as possible right across the country, which is both great for families but also great for the economy and the recovery. ਫੈਡਰਲ ਚੋਣਾਂ ਦੇ ਵਿੱਚ ਹੋਈ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਈ। ਆਟਵਾ ਦੇ ਵਿੱਚ ਪ੍ਰਧਾਨ ਮੰਤਰੀ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਕੈਬਨਿਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਹੈ ਕਿ ਕਦੋਂ ਉਹਨਾਂ ਦੀ ਕੈਬਨਿਟ ਦੇ ਵੱਲੋਂ ਰਸਮੀ ਤੌਰ ਦੇ ਉੱਪਰ ਸਹੁੰ ਚੁੱਕੀ ਜਾਵੇਗੀ। ਕੈਨੇਡਾ ਦੇ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਪ੍ਰਧਾਨ ਮੰਤਰੀ ਆਟਵਾ ਦੇ ਵਿੱਚ ਮੌਜੂਦ ਸਨ। ਉਹਨਾਂ ਵੱਲੋਂ ਵੈਕਸੀਨੇਸ਼ਨ ਕਲੀਨਿਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਬੋਲਦਿਆਂ ਜਸਟਿਨ ਟਰੂਡੋ ਨੇ ਕਿਹਾ ਕਿ ਪਾਰਲੀਮੈਂਟ ਆਪਣੇ ਐਕਸ਼ਨ ਦੇ ਵਿੱਚ ਦੁਬਾਰਾ ਫਾਲ ਦੇ ਐਂਡ ਤੱਕ ਆ ਜਾਵੇਗੀ
ਅਤੇ ਕੈਬਨਿਟ ਦੇ ਵੱਲੋਂ ਅਕਤੂਬਰ ਮਹੀਨੇ ਦੌਰਾਨ ਸਹੁੰ ਚੁੱਕੀ ਜਾਵੇਗੀ। ਟਰੂਡੋ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਗਵਰਨਰ ਜਨਰਲ ਦੇ ਨਾਲ ਗੱਲ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਅਗਲੀ ਸਰਕਾਰ ਬਣਾਉਣ ਸੰਬੰਧੀ ਵਿਚਾਰ ਕੀਤਾ ਗਿਆ। ਟਰੂਡੋ ਦਾ ਕਹਿਣਾ ਹੈ ਕਿ ਜਦੋਂ ਦੁਬਾਰਾ ਤੋਂ ਸਰਕਾਰ ਬਣ ਜਾਵੇਗੀ ਤਾਂ ਫ੍ਰੀਲੈਂਡ ਦੁਬਾਰਾ ਕੈਬਨਿਟ ਦੇ ਵਿੱਚ ਆਵੇਗੀ। ਉਹਨਾਂ ਵੱਲੋਂ ਵਿੱਤ ਮੰਤਰੀ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਅਹੁਦੇ ਦੀ ਜ਼ਿੰਮੇਵਾਰੀ ਨਿਭਾਈ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਬਰਟਾ ਦੇ ਵਿੱਚ ਜੋ ਕੋਰੋਨਾ ਵਾਇਰਸ ਦੇ ਹਾਲਾਤ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਨੂੰ ਲੈ ਕੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟਾਈ ਹੈ। A few hours ago, I spoke with the Governor General and confirmed for her that it is my intention of forming the next government. We just got through an election where Canadians made it very clear the kinds of things they want us to work on, and I'm looking forward to getting into it. Je viens d'avoir une conversation avec la gouverneure générale et j'ai confirmé mon intention de former le prochain gouvernement et de continuer à servir les Canadiens pendant les années à venir. It's been a busy week already, from phone calls with premiers to talk about their priorities to conversations with President Biden, to, of course, on Saturday morning, welcoming home Michael Kovrig and Michael Spavor to Canada, which was unbelievably good news. It was quite amazing to, after having thought about them and worked on their case and been there in my mind for them over the past 2.5 years, to actually see them in person was a very good day I think for all Canadians. But it was nice to be part of on the past weekend. I'm here this morning for a number of reasons. First of all, to announce to all of you that I have asked Chrystia Freeland to continue serving as Deputy Prime Minister and our Minister of Finance, and she has accepted. I am very pleased to be able to continue to rely on Chrystia as we do the big things that Canadians have tasked their politicians and their government to do in the coming years. I look forward to getting into it with her and with the other members of Cabinet who I'll be asking to join over the coming weeks. We will be swearing in Cabinet in the month of October, and we will be bringing back the House of Commons before the end of fall. The exact dates still to be worked out, but we are busy getting into the business of delivering on an ambitious agenda that Canadians laid out. ਕਿਊਬੈਕ ਦੇ ਵੱਲੋਂ ਬੜੀ ਸਖਤੀ ਦੇ ਨਾਲ ਐਲਾਨ ਕੀਤਾ ਗਿਆ ਸੀ ਕਿ ਅਕਤੂਬਰ ਤੋਂ ਪਹਿਲਾਂ ਜਿਹੜੇ ਹੈਲਥ ਕੇਅਰ ਵਰਕਰਸ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਨਹੀਂ ਲਗਵਾਉਣਗੇ, ਉਹਨਾਂ ਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਵਿੱਚ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 17,000 ਤੋਂ ਵੱਧ ਅਜਿਹੇ ਹੈਲਥ ਕੇਅਰ ਵਰਕਰਸ ਨੇ ਜਿਨ੍ਹਾਂ ਨੂੰ ਨੌਕਰੀ ਜਾਣ ਦਾ ਡਰ ਹੈ, ਕਿਉਂਕਿ ਇਹਨਾਂ ਵੱਲੋਂ ਜ਼ਿਆਦਾਤਰ ਅਜਿਹੇ ਵਰਕਰਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਵੀ ਨਹੀਂ ਲਗਵਾਈ। ਕਿਊਬੈਕ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਹੈਲਥ ਕੇਅਰ ਵਰਕਰਸ ਕੋਵਿਡ-19 ਵੈਕਸੀਨ ਦੇ ਸ਼ਾਟਸ ਨਹੀਂ ਲਗਵਾਉਣਗੇ, ਉਹਨਾਂ ਨੂੰ ਆਪਣੀ ਨੌਕਰੀ ਗਵਾਉਣੀ ਪਏਗੀ। ਕਿਊਬੈਕ ਦੇ ਵੱਲੋਂ ਜੋ ਇਹ ਸਖਤੀ ਅਪਣਾਈ ਗਈ, ਇਸ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਈ ਅਜਿਹੇ ਹੈਲਥ ਵਰਕਰਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਲਗਵਾਉਣ ਤੋਂ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਉਹਨਾਂ ਦੀ ਨੌਕਰੀ ਨੂੰ ਖਤਰਾ ਹੈ। ਜੀ ਹਾਂ, ਕਿਊਬੈਕ ਦੇ ਵਿੱਚ 17,000 ਤੋਂ ਵੱਧ ਹੈਲਥ ਕੇਅਰ ਵਰਕਰਸ ਨੂੰ ਸਸਪੈਂਡ ਕੀਤਾ ਜਾਵੇਗਾ, ਜੋ ਕਿਊਬੈਕ ਦੇ ਵੱਲੋਂ ਅਗਲੇ ਮਹੀਨੇ ਇਹਨਾਂ ਕੋਵਿਡ-19 ਵੈਕਸੀਨ ਤੋਂ ਮਨਾ ਕਰਨ ਵਾਲੇ ਸਟਾਫ ਨੂੰ ਸਸਪੈਂਡ ਕੀਤਾ ਜਾਣਾ ਹੈ। ਇਸ ਤੋਂ ਬਾਅਦ ਪ੍ਰੋਵਿੰਸ ਦੇ ਵਿੱਚ ਸਟਾਫ ਦੀ ਕਮੀ ਹੋਣਾ ਲਾਜ਼ਮੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੇ ਵਿੱਚ ਅਜਿਹੇ 17,652 ਵਰਕਰਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਤੱਕ ਨਹੀਂ ਲਗਵਾਈ। ਇਹਨਾਂ ਵਿੱਚੋਂ ਅੱਧੇ ਵਰਕਰ ਅਜਿਹੇ ਨੇ ਜਿਹੜੇ ਫਰੰਟ ਲਾਈਨ ਦੇ ਉੱਪਰ ਕੰਮ ਕਰ ਰਹੇ ਨੇ, ਜਿਸ ਦਾ ਮਤਲਬ ਹੈ ਕਿ ਇਹਨਾਂ ਦਾ ਮਰੀਜ਼ ਦੇ ਨਾਲ ਸਿੱਧੇ ਤੌਰ ਦੇ ਉੱਪਰ ਸੰਪਰਕ ਹੁੰਦਾ ਹੈ। ਹੁਣ ਪ੍ਰੋਵਿੰਸ ਦੇ ਵੱਲੋਂ ਬਿਨਾਂ ਟੀਕੇ ਵਾਲੇ ਵਰਕਰਸ ਨੂੰ 15 ਅਕਤੂਬਰ ਤੋਂ ਸਸਪੈਂਡ ਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਕਿਊਬੈਕ ਦੇ ਵੱਲੋਂ ਬੜੀ ਹੀ ਸਖਤੀ ਦੇ ਨਾਲ ਐਲਾਨ ਕੀਤਾ ਗਿਆ ਸੀ ਕਿ ਕੋਵਿਡ-19 ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ, ਜਿਸ ਦੇ ਬਾਰੇ ਸਿਹਤ ਮੰਤਰਾਲੇ ਵੱਲੋਂ ਵੀ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ। ਦੱਸਣਯੋਗ ਹੈ ਕਿ ਕਿਊਬੈਕ ਦੇ ਵੱਲੋਂ ਜਦੋਂ ਇਹ ਸਖਤੀ ਕੀਤੀ ਜਾਵੇਗੀ ਤਾਂ ਇੱਥੇ ਸਟਾਫ ਦੀ ਕਮੀ ਹੋਣਾ ਵੀ ਲਾਜ਼ਮੀ ਹੈ। ਨਰਸ ਯੂਨੀਅਨ ਦੀ ਨੁਮਾਇੰਦਗੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇੰਨੀ ਤਾਦਾਦ ਦੇ ਵਿੱਚ ਮੁਲਾਜ਼ਮਾਂ ਨੂੰ ਸਸਪੈਂਡ ਕੀਤੇ ਜਾਣ ਦੇ ਨਾਲ ਬੜੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਇਸ ਦੇ ਨਾਲ ਹੈਲਥ ਸਿਸਟਮ ਵੀ ਪ੍ਰਭਾਵਿਤ ਹੋਵੇਗਾ।
ਦੱਸ ਦਈਏ ਕਿ ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕਿਬਕ ਦੇ ਪ੍ਰੀਮੀਅਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਵੈਕਸੀਨੇਟ ਨਹੀਂ ਹੋਣਗੇ ਉਹਨਾਂ ਹੈਲਥ ਕੇਅਰ ਵਰਕਰਸ ਨੂੰ ਬਿਨਾਂ ਨੌਕਰੀ ਦੇ ਸਸਪੈਂਡ ਕੀਤਾ ਜਾਵੇਗਾ। ਕੈਥੋਲਿਕ ਵਿਸ਼ਵ ਦਾ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਦੇ ਬਾਰੇ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਵੱਲੋਂ ਮਦਦ ਦਾ ਐਲਾਨ ਕੀਤਾ ਗਿਆ। ਕੈਥੋਲਿਕ ਵਿਸ਼ਵ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੀੜਤਾਂ ਨੂੰ $30 ਮਿਲੀਅਨ ਦਿੱਤੇ ਜਾਣਗੇ। ਕੈਥੋਲਿਕ ਵਿਸ਼ਵ ਦੇ ਵੱਲੋਂ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਕਟਮਸ ਦੇ ਨਾਲ ਸੰਬੰਧਿਤ ਵੱਡਾ ਵਾਅਦਾ ਕੀਤਾ ਗਿਆ ਜਿਸ ਦੇ ਮੁਤਾਬਕ ਕੈਥੋਲਿਕ ਵਿਸ਼ਵ ਦੇ ਵੱਲੋਂ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਕਟਮਸ ਨੂੰ $30 ਮਿਲੀਅਨ ਦੇਣ ਦਾ ਵਾਅਦਾ ਕੀਤਾ ਗਿਆ। ਇਸ ਦੇ ਨਾਲ ਹੀ ਬਹੁਤ ਸਾਰੇ ਵਿਕਟਮਸ ਦੇ ਲਈ ਅਸੈਂਬਲੀ ਆਫ ਫਰਸਟ ਨੇਸ਼ਨ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਸੰਦੇਹ ਦਾ ਇਜ਼ਹਾਰ ਕੀਤਾ ਗਿਆ। ਸਸਕੈਚੁਆਨ ਦੇ ਸੇਂਟ ਫਿਲਿਪ ਕੈਥੋਲਿਕ ਰੈਜ਼ੀਡੈਂਸ਼ੀਅਲ ਸਕੂਲ ਦੇ ਸਰਵਾਈਵਰ ਅਤੇ ਕੋਟ ਫਰਸਟ ਨੇਸ਼ਨ ਦੇ ਬਜ਼ੁਰਗ ਮੈਡਲਿਨ ਦਾ ਕਹਿਣਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਉਹ ਅਜਿਹਾ ਕਹਿ ਰਹੇ ਨੇ ਪਰ ਮੈਂ ਜਦੋਂ ਤੱਕ ਦੇਖ ਨਹੀਂ ਲੈਂਦਾ ਮੈਨੂੰ ਇੰਤਜ਼ਾਰ ਰਹੇਗਾ। ਦੱਸ ਦਈਏ ਕਿ ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਵਿਸ਼ਵ ਦੇ ਵੱਲੋਂ ਕਿਹਾ ਗਿਆ ਕਿ ਇਹ ਰਕਮ ਅਗਲੇ 5 ਸਾਲਾਂ ਦੇ ਵਿੱਚ ਖਰਚ ਕੀਤੀ ਜਾਵੇਗੀ। ਇਹ ਐਲਾਨ ਕੈਥੋਲਿਕ ਵਿਸ਼ਵ ਦੇ ਵੱਲੋਂ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਚਰਚ ਦੀ ਭੂਮਿਕਾ ਹੋਣ ਦੇ ਸੰਬੰਧ ਦੇ ਵਿੱਚ ਇੰਡੀਜੀਨਸ ਲੋਕਾਂ ਕੋਲੋਂ ਜਨਤਕ ਤੌਰ ਦੇ ਉੱਪਰ ਮੁਆਫੀ ਮੰਗਣ ਤੋਂ ਬਾਅਦ ਕੀਤਾ ਗਿਆ। ਇਸ ਦੇ ਨਾਲ ਹੀ CCCB ਦੇ ਪ੍ਰੈਜ਼ੀਡੈਂਟ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਕਦਮ ਦੇ ਨਾਲ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆਉਣ ਸੰਬੰਧੀ ਸ਼ੁਰੂ ਕੀਤੇ ਪ੍ਰੋਗਰਾਮ ਦੇ ਲਈ ਮਦਦ ਮਿਲੇਗੀ। ਇਸ ਦੇ ਨਾਲ ਹੀ ਅਸੈਂਬਲੀ ਆਫ ਫਰਸਟ ਨੇਸ਼ਨਸ ਦੀ ਨੈਸ਼ਨਲ ਚੀਫ ਰੋਜ਼ੇਨ ਦੇ ਵੱਲੋਂ ਵੀ ਇਸ ਵਾਅਦੇ ਦੇ ਉੱਪਰ ਸੰਦੇਹ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਚਰਚ ਵੱਲੋਂ ਕੀਤੇ ਪੁਰਾਣੇ ਵਿੱਤੀ ਵਾਅਦੇ ਪੂਰੇ ਨਾ ਹੋਣ ਦੇ ਕਾਰਨ ਮੈਨੂੰ ਯਕੀਨ ਹੈ ਕਿ ਵਿਸ਼ਵ ਨਵੇਂ ਵਾਅਦਿਆਂ ਨੂੰ ਲੈ ਕੇ ਫਰਸਟ ਨੇਸ਼ਨ ਦੀ ਬੇਭਰੋਸਗੀ ਅਤੇ ਸ਼ੰਕੇ ਸਮਝ ਸਕਦੇ ਹਨ। ਪੂਰੇ ਕੈਨੇਡਾ ਦੇ ਵਿੱਚ ਇੱਕ ਵਿਅਕਤੀ ਦੇ ਵਾਸਤੇ ਵਾਰੰਟ ਜਾਰੀ ਕੀਤਾ ਗਿਆ। ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ontario ਦਾ ਇੱਕ ਜੋੜਾ ਜੋ ਲਾਪਤਾ ਹੋਇਆ ਸੀ ਉਸ ਦਾ ਕਤਲ ਇਸ ਵਿਅਕਤੀ ਵੱਲੋਂ ਕੀਤਾ ਗਿਆ ਹੈ। ਦੋਨਾਂ ਪੀੜਤਾਂ ਦੇ ਨਾਮ ਵੀ ਪੁਲਿਸ ਵੱਲੋਂ ਜਲਦ ਤੱਕ ਕੀਤੇ ਗਏ ਹਨ। ਪੂਰੇ ਕੈਨੇਡਾ ਦੇ ਵਿੱਚ ਇੱਕ ਵਿਅਕਤੀ ਦੇ ਵਾਸਤੇ ਵਾਰੰਟ ਇਸ਼ੂ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਵੱਲੋਂ ਗੁੰਮਸ਼ੁਦਾ ਹੋਏ ontario ਦੇ ਇੱਕ ਜੋੜੇ ਨੂੰ ਮਾਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਕੋਲ ਹਥਿਆਰ ਹੋ ਸਕਦੇ ਨੇ ਅਤੇ ਇਸ ਨੂੰ ਕਾਫੀ ਖਤਰਨਾਕ ਵੀ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ontario ਦਾ ਇੱਕ ਜੋੜਾ ਗੁੰਮਸ਼ੁਦਾ ਹੋ ਗਿਆ ਜਿਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਜਿਸ ਵਿਅਕਤੀ ਦੇ ਵਾਸਤੇ ਪੂਰੇ ਕੈਨੇਡਾ ਦੇ ਵਿੱਚ ਵਾਰੰਟ ਜਾਰੀ ਕੀਤਾ ਗਿਆ ਇਸ ਨੇ ਇਹਨਾਂ ਦੋਹਾਂ ਨੂੰ ਮਾਰ ਮੁਕਾਇਆ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੇ ਖਿਲਾਫ ਉਹਨਾਂ ਵੱਲੋਂ ਵਾਰੰਟ ਜਾਰੀ ਕੀਤਾ ਗਿਆ ਉਹ ਆਰਮਡ ਅਤੇ ਡੇਂਜਰਸ ਹੈ। ਇਹ ਵਿਅਕਤੀ 2 ਕਾਊਂਟਸ ਆਫ ਫਰਸਟ ਡਿਗਰੀ ਮਰਡਰ ਦੇ ਕਾਰਨ ਵਾਂਟਡ ਹੈ। ਜਾਣਕਾਰੀ ਦੇ ਮੁਤਾਬਕ ਜਿਸ ਜੋੜੇ ਨੂੰ ਇਸ ਵਿਅਕਤੀ ਵੱਲੋਂ ਮਾਰਿਆ ਗਿਆ ਉਹ ਸਤੰਬਰ 18 ਤੋਂ ਗੁੰਮਸ਼ੁਦਾ ਹਨ ਜਿਸ ਦਾ ਨਾਮ ਕ੍ਰਿਸਟੀ ਅਤੇ ਟੈਰਨ ਦੱਸਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਸੰਬੰਧੀ ਦੱਸਿਆ ਕਿ ਇਸ ਜੋੜੇ ਦੀ ਵੌਨ ਦੇ ਵਿੱਚ ਸਤੰਬਰ 18 ਨੂੰ ਹੱਤਿਆ ਕੀਤੀ ਗਈ। ਫਿਲਹਾਲ ਅਥਾਰਟੀਜ਼ ਦੇ ਵੱਲੋਂ ਇਹਨਾਂ ਦੀ ਬਾਡੀਜ਼ ਨੂੰ ਰਿਕਵਰ ਕਰਨ ਸੰਬੰਧੀ ਕੰਮ ਕੀਤਾ ਜਾ ਰਿਹਾ ਹੈ। ਇਸ ਹੋਮਿਸਾਈਡ ਦੇ ਨਾਲ ਸੰਬੰਧਿਤ ਇੱਕ ਵਾਹਨ ਦੀ ਤਸਵੀਰ ਵੀ ਇਨਵੈਸਟੀਗੇਟਰਸ ਦੇ ਵੱਲੋਂ ਜਾਰੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਦੇ ਬਾਰੇ ਜਾਣੀ ਕਿ ਜਿਸ ਵਿਅਕਤੀ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਉਸ ਦੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਅੱਗੇ ਆਉਣ ਅਤੇ ਪੁਲਿਸ ਦੇ ਨਾਲ ਸੰਪਰਕ ਕਰਨ। ਅਲਬਰਟਾ ਵੱਲੋਂ 2 PNP ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ 2 PNP ਡਰਾਅ ਦੇ ਵਿੱਚ ਕਿੰਨੇ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਨੇ। ਇਹ ਦੋਨੋਂ ਡਰਾਅ ਅਲੱਗ-ਅਲੱਗ ਦਿਨ ਕੱਢੇ ਗਏ ਜਿਸ ਦੇ ਬਾਰੇ ਪ੍ਰੋਵਿੰਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਅਲਬਰਟਾ ਵੱਲੋਂ ਸਤੰਬਰ ਮਹੀਨੇ ਦੌਰਾਨ ਜੋ 2 PNP ਡਰਾਅ ਕੱਢੇ ਗਏ ਉਸ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਪ੍ਰੋਵਿੰਸ ਦੇ ਵੱਲੋਂ ਦੱਸਿਆ ਗਿਆ ਕਿ ਇਹਨਾਂ 2 PNP ਡਰਾਅ ਦੇ ਵਿੱਚ ਕਿੰਨੇ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਜੀ ਹਾਂ, ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦਾ ਪਹਿਲਾ ਡਰਾਅ ਸਤੰਬਰ 14 ਨੂੰ ਕੱਢਿਆ ਗਿਆ ਜਿਸ ਦੇ ਵਿੱਚ 385 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਹ ਜੋ ਡਰਾਅ ਕੱਢਿਆ ਗਿਆ ਇਸ ਦੇ ਵਾਸਤੇ ਉਮੀਦਵਾਰਾਂ ਦੇ ਕੋਲ ਘੱਟੋ-ਘੱਟ 300 ਸਕੋਰਸ ਹੋਣੇ ਜ਼ਰੂਰੀ ਸਨ। ਇਸ ਤੋਂ ਬਾਅਦ ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵੱਲੋਂ ਸਤੰਬਰ 21 ਨੂੰ ਡਰਾਅ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ 450 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦੇ ਵਿੱਚ ਇਨਵੀਟੇਸ਼ਨ ਹਾਸਲ ਕਰਨ ਦੇ ਲਈ ਉਮੀਦਵਾਰਾਂ ਦੇ ਕੋਲ 300 ਸਕੋਰਸ ਦੀ ਜ਼ਰੂਰਤ ਸੀ। ਜਾਣਕਾਰੀ ਦੇ ਲਈ ਦੱਸ ਦਈਏ ਕਿ ਅਲਬਰਟਾ ਵੱਲੋਂ ਇਸ ਸਾਲ ਹੁਣ ਤੱਕ ਜਿੰਨੇ ਡਰਾਅ ਕੱਢੇ ਗਏ ਨੇ ਉਸ ਦੇ ਵਿੱਚ 5000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਹਨ ਜਿਸ ਦਾ ਮਤਲਬ ਹੈ ਕਿ ਅਲਬਰਟਾ ਵੱਲੋਂ ਐਲਾਨੇ ਗਏ ਡਰਾਅ ਦੇ ਤਹਿਤ 5352 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਇਸ ਸਾਲ ਪ੍ਰੋਵਿੰਸ ਦੇ ਵੱਲੋਂ 2021 ਦੌਰਾਨ 6250 ਨੋਮੀਨੇਸ਼ਨ ਜਾਰੀ ਕਰਨੇ ਹਨ।
ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਸ ਸਾਲ ਦਾ ਟਾਰਗੇਟ ਤੈਅ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਨ ਸੰਬੰਧੀ ਲਗਾਤਾਰ ਕਈ ਡਰਾਅ ਕੱਢੇ ਜਾ ਰਹੇ ਨੇ। ਪ੍ਰੋਵਿੰਸਸ ਵੀ ਲਗਾਤਾਰ PNP ਡਰਾਅ ਐਲਾਨ ਕਰ ਰਹੇ ਨੇ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਰਹੇ ਨੇ। ਕੈਨੇਡਾ ਤੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ 80% ਤੋਂ ਵੱਧ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਲੱਗ ਚੁੱਕੀਆਂ ਨੇ। ਜੀ ਹਾਂ, ਇਸ ਦਾ ਮਤਲਬ ਹੈ ਕਿ ਹੁਣ ਕੈਨੇਡਾ ਦੇ ਵਿੱਚ 80% ਤੋਂ ਵੱਧ ਫੁੱਲੀ ਵੈਕਸੀਨੇਟਡ ਹਨ। ਕੈਨੇਡਾ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਇਸ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ, ਉਸ ਦੇ ਮੁਤਾਬਕ ਕੈਨੇਡਾ ਦੇ ਵਿੱਚ 80% ਤੋਂ ਵੱਧ ਅਜਿਹੇ ਐਲੀਜੀਬਲ ਕੈਨੇਡੀਅਨਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕਰ ਲਏ, ਜਿਸ ਦਾ ਮਤਲਬ ਹੈ ਕਿ ਕੈਨੇਡਾ ਦੇ ਵਿੱਚ 80% ਤੱਕ ਆਬਾਦੀ ਫੁੱਲੀ ਵੈਕਸੀਨੇਟਡ ਹੋ ਚੁੱਕੀ ਹੈ। ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਇਹ ਜਾਣਕਾਰੀ ਕੋਰੋਨਾ ਵਾਇਰਸ ਵੈਕਸੀਨੇਸ਼ਨ ਟਰੈਕਰ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜਦੋਂ ਸ਼ੁਰੂਆਤੀ ਸਮੇਂ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਸੀ, ਉਸ ਦੌਰਾਨ ਸ਼ਿਪਮੈਂਟ ਲੇਟ ਹੋਣ ਦੇ ਕਾਰਨ ਵੈਕਸੀਨੇਸ਼ਨ ਰੇਟ ਕਾਫੀ ਘੱਟ ਸੀ, ਪਰ ਬਾਅਦ ਦੇ ਵਿੱਚ ਕੈਨੇਡਾ ਵੱਲੋਂ ਵੈਕਸੀਨੇਸ਼ਨ ਰੇਟ ਦੇ ਵਿੱਚ ਤੇਜ਼ੀ ਲਿਆਂਦੀ ਗਈ, ਜਿਸ ਦੇ ਮੁਤਾਬਕ ਹੁਣ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ 80.14% ਅਜਿਹੇ ਕੈਨੇਡੀਅਨਸ ਨੇ ਜਿਹੜੇ ਫੁੱਲੀ ਵੈਕਸੀਨੇਟਡ ਹਨ। ਇਸ ਦੇ ਨਾਲ ਹੀ 86.75% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਹੁਣ ਤੱਕ ਇੱਕ ਡੋਜ਼ ਹਾਸਲ ਕੀਤਾ ਜਾ ਚੁੱਕਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਾਈਜ਼ਰ ਫਾਰਮਾਸਿਊਟੀਕਲ ਕੰਪਨੀ ਵੱਲੋਂ ਜੋ ਬੱਚਿਆਂ ਦੇ ਉੱਪਰ ਕਲੀਨਿਕਲ ਟ੍ਰਾਇਲ ਕੀਤਾ ਗਿਆ, ਉਸ ਦੇ ਵਿੱਚ 5 ਤੋਂ 11 ਸਾਲ ਉਮਰ ਵਾਲੇ ਬੱਚਿਆਂ ਦੇ ਉੱਪਰ ਇਹ ਟੀਕਾ ਸੁਰੱਖਿਅਤ ਪਾਇਆ ਗਿਆ, ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਇਸ ਉਮਰ ਵਰਗ ਦੇ ਲਈ ਵੈਕਸੀਨੇਸ਼ਨ ਸੰਬੰਧੀ ਮਨਜ਼ੂਰੀ ਮਿਲ ਸਕਦੀ ਹੈ। ਫਿਲਹਾਲ ਕੈਨੇਡਾ ਦੇ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਹੀ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਜੋ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਇਸ ਤੋਂ ਬਾਅਦ ਫੈਡਰਲ ਹੈਲਥ ਆਫੀਸ਼ੀਅਲਸ ਲਗਾਤਾਰ ਕੈਨੇਡੀਅਨਸ ਨੂੰ ਅਪੀਲ ਕਰ ਰਹੇ ਨੇ ਕਿ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਵੈਕਸੀਨ ਨਹੀਂ ਲਗਵਾਈ, ਉਹ ਵੀ ਜਲਦ ਕੋਵਿਡ-19 ਵੈਕਸੀਨ ਡੋਜ਼ ਹਾਸਲ ਕਰ ਲੈਣ ਤਾਂ ਕਿ ਵਾਇਰਸ ਦੇ ਵਧੇਰੇ ਫੈਲਾਅ ਨੂੰ ਰੋਕਿਆ ਜਾ ਸਕੇ। ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਇੱਕ ਅਫਸਰ ਨੂੰ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਪੀੜਤ ਅਫਸਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਇੱਕ ਵਿਅਕਤੀ ਜਾਣੀ ਕਿ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਵਿਅਕਤੀ ਵੱਲੋਂ ਪੁਲਿਸ ਆਫੀਸਰ ਨੂੰ ਵਾਹਨ ਦੇ ਨਾਲ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਹੁਣ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਸ ਵਿਅਕਤੀ ਵੱਲੋਂ ਵਿਕਟੋਰੀਆ ਪੁਲਿਸ ਆਫੀਸਰ ਨੂੰ ਪੈਂਡੋਰਾ ਐਵਨਿਊ ਦੇ 900 ਬਲਾਕ ਦੇ ਵਿੱਚ ਆਪਣੇ ਵਾਹਨ ਦੇ ਨਾਲ ਟੱਕਰ ਮਾਰੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਦਾ ਕਹਿਣਾ ਹੈ ਕਿ ਆਫੀਸਰ ਸਿਟੀ ਬਾਇਲੌ ਸਟਾਫ ਨੂੰ ਅਸਿਸਟ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਜਦੋਂ ਆਫੀਸਰ ਪੁਲਿਸ ਵਾਹਨ ਦੇ ਨੇੜੇ ਖੜਿਆ ਸੀ ਤਾਂ ਉਸ ਸਮੇਂ ਦੂਸਰੇ ਵਾਹਨ ਦੇ ਨਾਲ ਉਸ ਨੂੰ ਟੱਕਰ ਮਾਰੀ ਗਈ। ਇਸ ਘਟਨਾ ਦੇ ਵਿੱਚ ਕੋਈ ਹੋਰ ਆਫੀਸਰ ਜ਼ਖਮੀ ਨਹੀਂ ਹੋਇਆ। ਫਿਲਹਾਲ ਪੁਲਿਸ ਵੱਲੋਂ ਵਾਹਨ ਚਲਾਉਣ ਵਾਲੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾਲ ਹੀ ਜ਼ਖਮੀ ਹੋਏ ਅਫਸਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਸ ਦੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਐਮਰਜੈਂਸੀ ਹੈਲਥ ਸਰਵਿਸਿਜ਼ ਪੈਰਾਮੈਡਿਕਸ ਨੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਫੀਸਰ ਨੂੰ ਹਲਕੀਆਂ ਸੱਟਾਂ ਆਈਆਂ ਨੇ। ਜਾਂਚ ਦੌਰਾਨ ਜਿਸ ਥਾਂ ਦੇ ਉੱਪਰ ਹਾਦਸਾ ਵਾਪਰਿਆ ਉਸ ਰਸਤੇ ਨੂੰ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ, ਪਰ ਬਾਅਦ ਦੇ ਵਿੱਚ ਮੁੜ ਤੋਂ ਉਸ ਨੂੰ ਚਾਲੂ ਵੀ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਨਾਲ 2509957654 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਗ੍ਰੇਟਰ ਵਿਕਟੋਰੀਆ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਪਰ ਵੀ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਵੈਨਕੂਵਰ ਸਕੂਲ ਵੱਲੋਂ ਕੋਰੋਨਾ ਵਾਇਰਸ ਅਤੇ ਡੈਲਟਾ ਵੇਰੀਐਂਟ ਦੇ ਫੈਲਾਅ ਨੂੰ ਦੇਖਦਿਆਂ ਸਖਤੀ ਦਾ ਐਲਾਨ ਕੀਤਾ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਵਿਦਿਆਰਥੀਆਂ ਦੇ ਵਾਸਤੇ ਹੁਣ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਪਹਿਲਾਂ ਬਾਕੀ ਵਿਦਿਆਰਥੀਆਂ ਦੇ ਲਈ ਜਾਣੀ ਕਿ ਗ੍ਰੇਡ 4 ਤੋਂ ਲੈ ਕੇ ਵਿਦਿਆਰਥੀਆਂ ਦੇ ਲਈ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਸੀ, ਪਰ ਹੁਣ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 3 ਦੇ ਵਿਦਿਆਰਥੀਆਂ ਦੇ ਲਈ ਵੀ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਵੈਨਕੂਵਰ ਸਕੂਲ ਬੋਰਡ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਸਾਰੇ ਵਿਦਿਆਰਥੀਆਂ ਦੇ ਲਈ ਮਾਸਕ ਪਾਉਣ ਨੂੰ ਲਾਜ਼ਮੀ ਕਰ ਦਿੱਤਾ ਹੈ। ਵੈਨਕੂਵਰ ਸਕੂਲ ਬੋਰਡ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਸ ਦੇ ਮੁਤਾਬਕ ਕਿੰਡਰਗਾਰਟਨ ਤੋਂ ਗ੍ਰੇਡ 3 ਤੱਕ ਦੇ ਸਾਰੇ ਵਿਦਿਆਰਥੀਆਂ ਦੇ ਲਈ ਵੀ ਹੁਣ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਹ ਮੋਸ਼ਨ ਸੋਮਵਾਰ ਸ਼ਾਮ ਨੂੰ ਪਾਸ ਕੀਤਾ ਗਿਆ, ਜਿਸ ਦੀ ਜਾਣਕਾਰੀ ਟਵਿੱਟਰ ਦੇ ਉੱਪਰ ਵੀ ਵੈਨਕੂਵਰ ਸਕੂਲ ਡਿਸਟ੍ਰਿਕਟ ਨੇ ਸਾਂਝੀ ਕੀਤੀ ਹੈ। ਬੋਰਡ ਦਾ ਕਹਿਣਾ ਹੈ ਕਿ ਇਸ ਬਾਰੇ ਵਧੇਰੇ ਜਾਣਕਾਰੀ ਜਾਣੀ ਕਿ ਇਸ ਨਵੀਂ ਪਾਲਿਸੀ ਦੇ ਬਾਰੇ ਵਧੇਰੇ ਜਾਣਕਾਰੀ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀ ਕਰ ਦਿੱਤੀ ਜਾਵੇਗੀ। ਵੈਨਕੂਵਰ ਸਕੂਲ ਬੋਰਡ ਵੱਲੋਂ ਜੋ ਇਹ ਫੈਸਲਾ ਲਿਆ ਗਿਆ, ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਅਜਿਹਾ ਪਹਿਲਾ ਸਕੂਲ ਡਿਸਟ੍ਰਿਕਟ ਬਣ ਗਿਆ ਹੈ ਜਿੱਥੇ ਸਾਰੇ ਵਿਦਿਆਰਥੀਆਂ ਦੇ ਲਈ ਮਾਸਕ ਨੂੰ ਲਾਜ਼ਮੀ ਕਰ ਦਿੱਤਾ ਗਿਆ।
ਮੌਜੂਦਾ ਬ੍ਰਿਟਿਸ਼ ਕੋਲੰਬੀਆ ਲਾਅ ਦੇ ਮੁਤਾਬਕ ਜਿਹੜੇ ਗ੍ਰੇਡ 4 ਤੋਂ ਲੈ ਕੇ ਗ੍ਰੇਡ 12 ਤੱਕ ਦੇ ਵਿਦਿਆਰਥੀ ਨੇ ਉਹਨਾਂ ਦੇ ਵਾਸਤੇ ਸਕੂਲ ਅੰਦਰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਸੀ, ਪਰ ਇਸ ਦੌਰਾਨ ਕੁਝ ਰਾਹਤ ਵੀ ਦਿੱਤੀ ਗਈ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਕੋਵਿਡ-19 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਅਤੇ ਡੈਲਟਾ ਵੇਰੀਐਂਟ ਦੇ ਫੈਲਾਅ ਨੂੰ ਦੇਖਦਿਆਂ ਇਹ ਫੈਸਲਾ ਕੀਤਾ ਗਿਆ ਹੈ, ਜਿਸ ਦੇ ਵਿੱਚ ਹੁਣ ਸਾਰੇ ਵਿਦਿਆਰਥੀਆਂ ਦੇ ਲਈ ਮਾਸਕ ਲਾਜ਼ਮੀ ਕਰ ਦਿੱਤਾ ਗਿਆ। ਇਹ ਫੈਸਲਾ ਆਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਟੀਚਰਸ ਫੈਡਰੇਸ਼ਨ ਦੇ ਵੱਲੋਂ ਇਸ ਦੀ ਤਾਰੀਫ ਕੀਤੀ ਗਈ ਅਤੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਬੱਚਿਆਂ ਦੀ ਅਤੇ ਸਟਾਫ ਦੀ ਸੁਰੱਖਿਆ ਦੇ ਵਾਸਤੇ ਚੁੱਕਿਆ ਗਿਆ ਹੈ। NACI ਵੱਲੋਂ ਵੈਕਸੀਨ ਬੂਸਟਰ ਸ਼ਾਟ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਲੌਂਗ ਟਰਮ ਕੇਅਰ ਦੇ ਸੀਨੀਅਰਸ ਨੂੰ ਹੁਣ ਕੋਵਿਡ-19 ਵੈਕਸੀਨ ਦਾ ਬੂਸਟਰ ਸ਼ਾਟ ਲਗਾਇਆ ਜਾ ਸਕਦਾ ਹੈ। ਜਾਣਕਾਰੀ ਦਿੰਦਿਆਂ NACI ਨੇ ਕਿਹਾ ਹੈ ਕਿ ਜਿਹੜੇ ਸੀਨੀਅਰਸ ਦੇ ਵੱਲੋਂ ਕੋਵਿਡ-19 ਵੈਕਸੀਨ ਦਾ ਦੋਨੋਂ ਸ਼ਾਟਸ ਲਗਵਾਏ ਗਏ ਨੇ, ਦੂਸਰੇ ਸ਼ਾਟ ਦੇ 6 ਮਹੀਨਿਆਂ ਤੋਂ ਬਾਅਦ ਉਹਨਾਂ ਨੂੰ ਬੂਸਟਰ ਸ਼ਾਟ ਲਗਾਇਆ ਜਾ ਸਕਦਾ ਹੈ। NACI ਵੱਲੋਂ ਵੈਕਸੀਨ ਬੂਸਟਰ ਸ਼ਾਟ ਦੇ ਬਾਰੇ ਰეკਮੈਂਡੇਸ਼ਨ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਹੁਣ ਲੌਂਗ ਟਰਮ ਕੇਅਰ ਰੈਜ਼ੀਡੈਂਟਸ ਦੇ ਵਾਸਤੇ ਬੂਸਟਰ ਸ਼ਾਟ ਨੂੰ ਰეკਮੈਂਡ ਕਰ ਦਿੱਤਾ ਗਿਆ ਹੈ। ਜੀ ਹਾਂ, ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਵੱਲੋਂ ਲੌਂਗ ਟਰਮ ਕੇਅਰ ਹੋਮਸ ਅਤੇ ਸੀਨੀਅਰ ਲਿਵਿੰਗ ਇਨ੍ਹਾਂ ਜਗ੍ਹਾ ਦੇ ਵਾਸਤੇ ਕੋਵਿਡ-19 ਵੈਕਸੀਨ ਬੂਸਟਰ ਸ਼ਾਟ ਨੂੰ ਰეკਮੈਂਡ ਕੀਤਾ ਗਿਆ। ਜੋ ਅਪਡੇਟ NACI ਵੱਲੋਂ ਜਾਰੀ ਕੀਤੀ ਗਈ ਹੈ, ਉਸ ਦੇ ਮੁਤਾਬਕ ਸੀਨੀਅਰਸ ਦੇ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਸ਼ਾਟਸ ਹਾਸਲ ਕੀਤੀਆਂ ਗਈਆਂ ਨੇ, ਜਿਸ ਤੋਂ ਬਾਅਦ ਆਖਰੀ ਡੋਜ਼ ਦੇ 6 ਮਹੀਨਿਆਂ ਤੋਂ ਬਾਅਦ ਉਹਨਾਂ ਨੂੰ ਤੀਸਰਾ ਸ਼ਾਟ ਆਫਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਵੀ ਕੋਵਿਡ-19 ਵੈਕਸੀਨ ਦੇ ਬਾਰੇ ਲਗਾਤਾਰ ਵਿਚਾਰ ਚੱਲ ਰਹੀ ਸੀ। ਹਾਲ ਹੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਵੈਕਸੀਨ ਬੂਸਟਰ ਸ਼ਾਟ ਹਾਸਲ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੀ ਪਤਨੀ ਨੂੰ ਵੀ ਜਲਦ ਬੂਸਟਰ ਸ਼ਾਟ ਲਗਾਇਆ ਜਾਵੇਗਾ। ਅਮਰੀਕਾ ਦੇ ਵਿੱਚ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਵੈਕਸੀਨ ਬੂਸਟਰ ਸ਼ਾਟ ਲਗਾਉਣ ਸੰਬੰਧੀ ਕਿਹਾ ਜਾ ਰਿਹਾ ਹੈ ਤੇ ਹੁਣ ਕੈਨੇਡਾ ਤੋਂ ਜੋ ਜਾਣਕਾਰੀ ਆਈ ਹੈ, ਉਸ ਦੇ ਵਿੱਚ NACI ਦਾ ਕਹਿਣਾ ਹੈ ਕਿ ਲੌਂਗ ਟਰਮ ਕੇਅਰ ਦੇ ਵਿੱਚ ਜਿਹੜੇ ਸੀਨੀਅਰਸ ਨੇ ਉਹਨਾਂ ਦੇ ਵਾਸਤੇ ਕੋਵਿਡ-19 ਵੈਕਸੀਨ ਬੂਸਟਰ ਸ਼ਾਟ ਲਗਾਇਆ ਜਾ ਸਕਦਾ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਵਿੱਚ ਕੀ ਹਨ ਕੋਰੋਨਾ ਵਾਇਰਸ ਦੇ ਹਾਲਾਤ, ਦੱਸਾਂਗੇ ਜਾਣਕਾਰੀ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 466 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇਸ ਪ੍ਰੋਵਿੰਸ ਦੇ ਵਿੱਚ 5,70,030 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਦੌਰਾਨ ਜਿਹੜੇ ਮਾਮਲੇ ਦਰਜ ਕੀਤੇ ਗਏ, ਉਹਨਾਂ ਵਿੱਚ 277 ਅਨਵੈਕਸੀਨੇਟਡ, 27 ਪਾਰਸ਼ਲੀ ਵੈਕਸੀਨੇਟਡ ਅਤੇ 119 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਇਨ੍ਹਾਂ 24 ਘੰਟਿਆਂ ਦੌਰਾਨ ਟੋਰਾਂਟੋ ਤੋਂ 138, ਪੇਲ ਰੀਜਨ ਤੋਂ 39, ਆਟਵਾ ਤੋਂ 31, ਵਿੰਡਸਰ ਐਸੈਕਸ ਤੋਂ 31, ਹੈਮਿਲਟਨ ਤੋਂ 25, ਨਾਇਗਰਾ ਤੋਂ 25 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ ਇਸ ਸੂਬੇ ਦੇ ਵਿੱਚ ਜੋ ਮੌਤਾਂ ਹੋਈਆਂ, ਉਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 9,725 ਦੇ ਉੱਪਰ ਪਹੁੰਚ ਗਿਆ ਹੈ। ਇਸ ਪ੍ਰੋਵਿੰਸ ਦੇ ਵਿੱਚ ਵੈਕਸੀਨੇਸ਼ਨ ਦੇ ਬਾਰੇ ਜਾਣਕਾਰੀ ਦੀ ਗੱਲ ਕਰੀਏ ਤਾਂ ਇੱਥੇ 80.5% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਅਤੇ 86% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਹਾਸਲ ਕੀਤਾ ਜਾ ਚੁੱਕਿਆ ਹੈ। ਓਨਟਾਰੀਓ ਦੇ ਵਿੱਚ ਐਕਟਿਵ ਕੇਸਿਸ ਦੀ ਗਿਣਤੀ 5,262 ਹੈ ਅਤੇ ਰਿਕਵਰਡ ਮਾਮਲਿਆਂ ਦਾ ਅੰਕੜਾ 5,85,007 ਦੇ ਕਰੀਬ ਹੈ। ਕਿਊਬਿਕ ਤੋਂ 24 ਘੰਟਿਆਂ ਦੌਰਾਨ 469 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ 24 ਘੰਟਿਆਂ ਦੌਰਾਨ 6 ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ ਨੇ। ਇਸ ਪ੍ਰੋਵਿੰਸ ਦੇ ਵਿੱਚ ਹੁਣ ਤੱਕ 4,08,991 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,362 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਹਸਪਤਾਲ ਦੇ ਵਿੱਚ 321 ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 94 ਇੰਟੈਂਸਿਵ ਕੇਅਰ ਅਧੀਨ ਹਨ। ਇਸ ਦੇ ਨਾਲ ਹੀ ਪ੍ਰੋਵਿੰਸ ਦੇ ਵਿੱਚ 99% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 84% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਸ਼ਾਟਸ ਹਾਸਲ ਕਰ ਲਈਆਂ ਗਈਆਂ ਨੇ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 42 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ 24 ਘੰਟਿਆਂ ਦੌਰਾਨ 2 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਕੈਨੇਡਾ ਦੇ ਵਿੱਚ ਹੁਣ ਤੱਕ ਕੁੱਲ 1.6 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 27,723 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਐਕਟਿਵ ਮਾਮਲਿਆਂ ਦੀ ਗਿਣਤੀ 45,734 ਹੈ, ਜਿਨ੍ਹਾਂ ਵਿੱਚੋਂ 45,096 ਮਾਈਲਡ ਕੰਡੀਸ਼ਨ ਦੇ ਵਿੱਚ ਅਤੇ 638 ਸੀਰੀਅਸ ਕੰਡੀਸ਼ਨ ਦੇ ਵਿੱਚ ਹਨ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦਾ ਅੰਕੜਾ 1.5 ਮਿਲੀਅਨ ਤੋਂ ਵੱਧਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਜਸਟਿਨ ਟਰੂਡੋ ਦਾ ਐਲਾਨ, ਜਾਣੋ ਯਾਤਰੀਆਂ ਦੇ ਵਾਸਤੇ ਕੀ ਜ਼ਰੂਰੀ। ਜਿੱਤੂ ਤੋਂ ਬਾਅਦ ਟਰੂਡੋ ਦਾ ਐਲਾਨ, ਨਵੀਂ ਸਰਕਾਰ ਬਾਰੇ ਦਿੱਤੀ ਜਾਣਕਾਰੀ। 17,000 ਹੈਲਥ ਕੇਅਰ ਵਰਕਰਾਂ ਦੀ ਨੌਕਰੀ ਖਤਰੇ ਦੇ ਵਿੱਚ, ਕਿਊਬਿਕ ਦੇ ਹੈਲਥ ਕੇਅਰ ਵਰਕਰਾਂ ਨੇ ਨਹੀਂ ਲਗਵਾਈ ਵੈਕਸੀਨ। ਕੈਥੋਲਿਕ ਬਿਸ਼ਪ ਦਾ ਐਲਾਨ, ਪੀੜਤਾਂ ਨੂੰ ਦੇਣਗੇ $30 ਮਿਲੀਅਨ। ਪੂਰੇ ਕੈਨੇਡਾ ਦੇ ਵਿੱਚ ਵਿਅਕਤੀ ਦੇ ਵਾਸਤੇ ਵਾਰੰਟ ਜਾਰੀ।
ਇਸਨੇ ਜੋੜੇ ਦੀ ਕੀਤੀ ਹੱਤਿਆ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।